परम सत्कारयोग गुरु खालसा साध संगत जीओ। गरीब निवाज सतगुरु चवर छतर अते तखत दे मालिक, जुगो जुग अटल सतगुरु। धन श्री गुरु ग्रंथ साहिब सच्चे पातशाह जी महाराज, हजूर दी परम किरपालता मेहरामत दा सदका ਇਹ ਆਨੰਦ ਕਾਰਜ ਦੀ ਰਸਮ ਮਹਾਰਾਜ ਜੀ ਦੀ ਚਲਾਈ ਹੋਈ ਗੁਰਮਤ ਮਰਿਆਦਾ ਦੇ ਅਨੁਸਾਰ ਸੰਪੂਰਨ ਹੋਈ ਹੈ। ਦਾਸ ਦੇ ਤਾਈਂ ਮਹਾਂਪੁਰਸ਼ਾਂ ਵੱਲੋਂ ਹੁਕਮ ਹੋਇਆ ਕਿ ਤਕਰੀਬਨ 15-20 ਮਿੰਟ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਏ। ਬੇਨਤੀ ਹੈ ਕਿ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਹੈ ਤਾਂ ਬਹੁਤ ਵਿਸਥਾਰ ਵਾਲੀ, ਪਰ ਕੇਵਲ ਉਹਨਾਂ ਦਾ ਹੁਕਮ ਜਾਣ ਕੇ ਦਾਸ ਇੱਕ ਦੋ ਬੇਨਤੀਆਂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਰੇਗਾ। ਆਪ ਕਿਰਪਾਲਤਾ ਕਰਕੇ ਇਕਾਗਰਤਾ ਦੀ ਦਾਤ ਬਖਸ਼ੋ। ਆਓ ਸਤਿਗੁਰਾਂ ਦੇ ਚਰਨਾਂ ਵਿੱਚ ਧਿਆਨ ਕੇਂਦਰਿਤ ਕਰੀਏ ਤਾਂ ਜੋ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚੋਂ ਕੁਝ ਦਾਤ ਆਪਣੀ ਝੋਲੀ ਦੇ ਵਿੱਚ ਪਾ ਕੇ ਅਸੀਂ ਜਾ ਸਕੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਜਦੋਂ ਅਸੀਂ ਵਾਚਨੇ ਹਾਂ ਤਾਂ ਇਸ ਦੇ ਵਿੱਚ ਪ੍ਰਤੱਖ ਤੌਰ ਦੇ ਉੱਤੇ ਇਹ ਦਿਸੇਗਾ ਕਿ ਹਜ਼ੂਰ ਨੇ ਕਈ ਦੁਨਿਆਵੀ ਰੀਤਾਂ ਔਰ ਰਸਮਾਂ ਦਾ ਜ਼ਿਕਰ ਬਾਣੀ ਦੇ ਵਿੱਚ ਕੀਤਾ ਹੈ, ਪਰ ਕੇਵਲ ਇਹ ਬਾਹਰੀ ਰੂਪ ਦੇ ਵਿੱਚ ਨਹੀਂ, ਸਗੋਂ ਦਾਤਾਰ ਪਿਤਾ ਜੀ ਇਹ ਬਾਹਰਲੀਆਂ ਰੀਤਾਂ ਅਤੇ ਰਸਮਾਂ ਦੁਆਰਾ ਅੰਤਰੀਵ ਸਿੱਖਿਆ ਵੀ ਸਾਨੂੰ ਬਖਸ਼ਦੇ ਨੇ। ਕੇਵਲ ਟੂਕ ਮਾਤਰ ਇਹਦੇ ਉੱਤੇ ਬੇਨਤੀ, ਜਿਵੇਂ ਸਤਿਗੁਰਾਂ ਨੇ ਇਹ ਜਿਹੜਾ ਵਿਆਹ ਦਾ ਪ੍ਰਕਰਣ ਹੈ, ਹਜ਼ੂਰ ਨੇ ਇਹ ਮੌਤ ਦਾ ਵਿਸ਼ਾ ਸਮਝਾਉਣ ਵਾਸਤੇ ਵੀ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਆਪ ਰੋਜ਼ਾਨਾ ਸੋਹਿਲਾ ਸਾਹਿਬ ਦੇ ਵਿੱਚ ਪੜ੍ਹਦੇ ਹੋ। ਦਾਤਾਰ ਨੇ ਉੱਥੇ ਕਿਰਪਾਲਤਾ ਕੀਤੀ ਕਿ ਜਿਹੜਾ ਮੌਤ ਵਾਲਾ ਦਿਨ ਹੈ, ਮਾਨੋ ਇਸ ਤਰ੍ਹਾਂ ਹੈ ਜਿਵੇਂ ਬੱਚੇ ਅਤੇ ਬੱਚੀ ਦਾ ਵਿਆਹ ਵਾਲਾ ਦਿਨ ਹੋਵੇ। ਹਜ਼ੂਰ ਕਹਿਣ ਲੱਗੇ ਕਿ ਮੌਤ ਇਹ ਵਿਆਹ ਹੈ ਤੇ ਇਸ ਮੌਤ ਰੂਪੀ ਵਿਆਹ ਤੋਂ ਬਾਅਦ ਰਿਸ਼ਤਾ ਕਿਹਦੇ ਨਾਲ ਤੈਅ ਹੋਣਾ ਹੈ? ਹਜ਼ੂਰ ਕਹਿਣ ਲੱਗੇ ਪਰਮਾਤਮਾ ਦੇ ਨਾਲ ਰਿਸ਼ਤਾ ਤੈਅ ਕਰਨ ਵਾਸਤੇ ਉਹਦਾ ਸਿਮਰਨ ਕਰ। ਇੱਕ ਸ਼ਲੋਕ ਭਗਤ ਫਰੀਦ ਸਾਹਿਬ ਜੀ ਦਾ ਹੈ, ਸਭ ਤੋਂ ਪਹਿਲਾ ਸ਼ਲੋਕ। ਉਹਦੇ ਵਿੱਚ ਵੀ ਉਹਨਾਂ ਨੇ ਮੌਤ ਨੂੰ ਵਿਆਹ ਦੇ ਨਾਲ ਤੁਲਨਾ ਦਿੱਤੀ ਤੇ ਉੱਥੇ ਜਿਹੜਾ ਲਾੜਾ ਵਿਆਹਣ ਵਾਸਤੇ ਆਵੇਗਾ ਉੱਥੇ ਪਰਮਾਤਮਾ ਨੂੰ ਨਹੀਂ, ਸਗੋਂ ਮੌਤ ਨੂੰ ਉਹਨਾਂ ਨੇ ਲਾੜਾ ਆਖਿਆ। ਹਜ਼ੂਰ ਦੇ ਇਹ ਦੋਵੇਂ ਬਚਨ ਆਪ ਜੀ ਦੇ ਅੱਗੇ ਬੇਨਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਇਹਦੇ ਵਿੱਚ ਮੌਤ ਨੂੰ ਵਿਆਹ ਆਖਿਆ ਤੇ ਜਿਹਦੇ ਨਾਲ ਵਿਆਹ ਕਰਨਾ ਹੈ ਉਹਨੂੰ ਪਰਮਾਤਮਾ ਆਖਿਆ। ਦੂਸਰੀ ਬੇਨਤੀ ਕਿ ਭਗਤ ਫਰੀਦ ਸਾਹਿਬ ਜੀ ਦਾ ਸ਼ਲੋਕ, ਸ਼ਬਦ ਉਹਨਾਂ ਨੇ ਵੀ ਅਜਿਹੇ ਹੀ ਵਰਤੇ, ਪਰ ਇਹਦੇ ਵਿੱਚ ਜਿਹੜਾ ਲਾੜਾ ਹੈ ਉਹਨਾਂ ਨੇ ਮੌਤ ਨੂੰ ਆਖਿਆ। ਉਹਨਾਂ ਦਾ ਬਚਨ ਹੈ ਕਿ ਜਿਤ ਦਿਹਾੜੈ ਧਨ ਭਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ। ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜਿੰਦ ਵਹੁਟੀ ਮਰਨ ਵਾਰ, ਇਹਦੇ ਵਿੱਚ ਵਹੁਟੀ ਸਾਡੀ ਜਿੰਦ ਨੂੰ ਆਖਿਆ ਤੇ ਜਿਹੜਾ ਵਿਆਹਣ ਵਾਸਤੇ ਪਤੀ ਆਇਆ ਉਹਨੂੰ ਮੌਤ ਆਖਿਆ ਹੈ। ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ, ਆਪਣ ਹੱਥੀਂ ਜੋਲ ਕਹਿ ਗਲ ਲੱਗੈ ਧਾਏ। ਵਾਲੋਂ ਨਿੱਕੀ ਪੁਰ ਸਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕਿਹੜੀ ਪਵੰਦੀ ਖੜਾ ਨਾ ਆਪ ਮੁਹਾਏ। ਇੱਕ ਤਾਂ ਇਹ ਪੱਖ ਹੈ ਬਾਣੀ ਦੇ ਅੰਦਰ। ਹੋਰ ਆਪ ਜਦੋਂ ਬਾਣੀ ਦਾ ਪਾਠ ਕਰੋਗੇ ਅਨੇਕਾਂ ਥਾਵਾਂ ਤੇ ਇਹ ਦ੍ਰਿਸ਼ਟਾਂਤ ਮਹਾਰਾਜ ਦੇਣਗੇ ਪਤੀ ਪਤਨੀ ਦਾ ਔਰ ਵਿਆਹ ਦਾ।
ਇੱਕ ਥਾਵੇਂ ਹਜ਼ੂਰ ਨੇ ਕਿਰਪਾਲਤਾ ਕੀਤੀ, ਸਾਡੀ ਇਸ ਦੇਹੀ ਨੂੰ ਪਤਨੀ ਦੇ ਰੂਪ ਵਿੱਚ ਆਖਿਆ, ਔਰ ਜਿਹੜਾ ਸਾਡੇ ਅੰਦਰ ਭੌਰ ਜੀਵ ਆਤਮਾ ਬੈਠਾ ਹੋਇਆ ਹੈ, ਇਹਨੂੰ ਦਾਤਾਰ ਜੀ ਨੇ ਪਤੀ ਦੇ ਰੂਪ ਦੇ ਵਿੱਚ ਆਖਿਆ। ਕਿਉਂਕਿ ਇਹ ਬੇਨਤੀ ਹੈ, ਬਾਹਰੀ ਰੂਪ ਦੇ ਵਿੱਚ ਆਪਾਂ ਆਨੰਦ ਕਾਰਜ ਵੇਖਿਆ, ਲਾਵਾਂ ਵੇਖੀਆਂ, ਅਨੇਕਾਂ ਸ਼ਬਦ ਅਸੀਂ ਬਾਹਰੀ ਰੂਪ ਦੇ ਵਿੱਚ ਪੜ੍ਹਨੇ ਹਾਂ, ਪਰ ਹਜ਼ੂਰ ਨੇ ਹਰੇਕ ਪੱਖ ਨੂੰ ਅੰਤਰੀਵ ਰੂਪ ਦੇ ਵਿੱਚ ਵੀ ਲਿਆ, ਤੇ ਇਹ ਬਾਣੀ ਦੇ ਜਿਹੜੇ ਹੀਰੇ ਜਵਾਹਰਾਤ ਨੇ ਨਾ, ਇਹਨਾਂ ਨੂੰ ਵਿਚਾਰਨ ਦੀ ਬੜੀ ਹੀ ਲੋੜ ਹੈ। ਹਜ਼ੂਰ ਨੇ ਉਹ ਸ਼ਬਦ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਕਿਰਪਾਲਤਾ ਕੀਤੀ। ਮਾਰੂ ਰਾਗ ਦੇ 16 ਦੇ ਵਿੱਚ ਬਚਨ ਹੈ ਕਿ ਜਿਹੜੀ ਆ ਦੇਹੀ ਪਤਨੀ ਦੀ ਨਿਆਈ ਹੈ, ਇਹ ਜੀਵ ਆਤਮਾ ਪਤੀ ਨੂੰ ਕਹਿ ਰਹੀ ਹੈ, हे ਪਤੀ ਜੀ, ਕਿਰਪਾਲਤਾ ਕਰੋ, ਤੁਸੀਂ ਮੈਨੂੰ ਕਦੇ ਵਾਸਤੇ ਵੀ ਛੱਡ ਕੇ ਨਾ ਜਾਇਓ। ਦੋਵਾਂ ਦਾ ਆਪਸ ਵਿੱਚ ਸੰਵਾਦ ਚੱਲੇਗਾ। ਪਤੀ ਨੇ ਆਖਿਆ, ਤੈਨੂੰ ਛੱਡ ਕੇ ਕਿਉਂ ਨਾ ਜਾਵਾਂ, ਤੇ ਇਹ ਸਰੀਰ ਪਤਨੀ ਦੇ ਰੂਪ ਵਿੱਚ ਕਹਿਣ ਲੱਗਾ, ਪਤੀ ਜੀ, ਤੁਹਾਡੇ ਤੋਂ ਬਿਨਾ ਮੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਇੱਕ ਸਤਿਗੁਰਾਂ ਦਾ ਸ਼੍ਰੀ ਰਾਗ ਦੇ ਵਿੱਚ ਵੀ ਸ਼ਬਦ ਹੈ ਜੀ ਕਿ ਤਿੱਚਰ ਵਸਹਿ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, ਮਨ ਬੈਰਾਗ ਭਇਆ ਦਰਸ਼ਨ ਦੇਖਣੈ ਕਾ ਚਾਉ, ਧਨ ਸੋ ਤੇਰਾ ਥਾਨ ਰਹਾਉ, ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ, ਕੋਏ ਨਾ ਪੁੱਛੈ ਤੇਰੀ ਬਾਤ। ਦੇਹੀ ਕਹਿਣ ਲੱਗੀ ਕਿ ਪਤੀ ਦੇਵ, ਤੁਹਾਡੇ ਤੋਂ ਬਿਨਾ ਮੈਨੂੰ ਕਿਸੇ ਨੇ ਨਹੀਂ ਪੁੱਛਣਾ। ਅੱਗੋਂ ਜੀਵ ਆਤਮਾ ਪਤੀ ਆਖਦਾ ਕਿ हे ਪਤਨੀ, हे ਦੇਹੀ, ਦਰਅਸਲ ਮੈਂ ਤੇਰਾ ਪਤੀ ਤਾਂ ਬਣਿਆ ਵਾਂ, ਤੇਰੇ ਵਿੱਚ ਆ ਕੇ ਤਾਂ ਮੈਂ ਭਾਵੇਂ ਬੈਠਾ ਵਾਂ, ਪਰ ਮੈਨੂੰ ਭੇਜਣ ਵਾਲਾ ਮਾਲਕ ਬੜਾ ਹੀ ਸਮਰੱਥ ਹੈ। ਜਿੱਦਣ ਉਹਦਾ ਹੁਕਮ ਆ ਗਿਆ ਮੈਨੂੰ ਜਾਣਾ ਪਏਗਾ, ਕੋਈ ਮੈਨੂੰ ਰੋਕ ਨਹੀਂ ਸਕਦਾ। ਜਦੋਂ ਪਤੀ ਜੀਵ ਆਤਮਾ ਨੇ ਇਹ ਸੱਚੀਆਂ ਸੱਚੀਆਂ ਗੱਲਾਂ ਆਖੀਆਂ, ਤੇ ਅੱਗੋਂ ਜਿਹੜੀ ਦੇਹੀ ਪਤਨੀ ਹੈ ਉਹ ਬਾਰ-ਬਾਰ ਜਿੱਦ ਕਰੇ ਕਿ ਨਹੀਂ, ਇਸ ਤਰ੍ਹਾਂ ਨਾ ਹੋਣ ਦਿਓ। ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਆ, ਗੁਰਮੁਖੋ, ਇਹ ਸਾਰੀ ਉਮਰ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਦੇਹੀ ਵਿਛੜਨਾ ਨਹੀਂ ਚਾਹੁੰਦੀ, ਜੀਵ ਆਤਮਾ ਹੁਕਮ ਦਾ ਬੱਚਾ ਹੈ, ਤੇ ਇੱਕ ਦਿਨ ਉਹ ਦਿਨ ਆ ਗਿਆ ਜਿੱਦਣ ਜੀਵ ਆਤਮਾ ਅਤੇ ਦੇਹੀ ਨੂੰ ਵਿਛੜਨਾ ਪਿਆ, ਜਿੱਦਣ ਪਤੀ ਅਤੇ ਪਤਨੀ ਦਾ ਆਪਸ ਵਿੱਚ ਵਿਛੋੜਾ ਪੈ ਗਿਆ। ਹਜ਼ੂਰ ਦੇ ਉਸ ਸ਼ਬਦ ਦੀਆਂ ਇਹ ਕੁਝ ਤੁਕਾਂ ਦਾਸ ਨੇ ਲਈਆਂ ਨੇ ਕਿ ਧਨ ਵਹਿ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹਉ ਕਿਤ ਹੀ ਨਾ ਲੇਖੈ, ਵਚਨ ਦੇਹ ਛੋੜ ਨਾ ਜਾਸਾ ਹੈ, ਫਿਰ ਕਹਿਆ ਹਉ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਜੋ ਪਰੇ ਬਚਨ ਕਹੈ ਧਨ ਸਾਚੇ, ਧਨ ਕਛੂ ਨਾ ਸਮਝੈ ਚੰਚਲ ਕਾਚੇ, ਬਹੁਰ ਬਹੁਰ ਪਿਰਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਆਈ ਆਗਿਆ ਪਿਰਹੂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊਠ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਮਹਾਰਾਜ ਜੀ ਨੇ ਇਹ ਪੱਖ ਵੀ ਆਖਿਆ ਪਤੀ ਅਤੇ ਪਤਨੀ ਦਾ। ਕਦੇ ਬਾਣੀ ਦੇ ਆਪ ਜੀ ਦਰਸ਼ਨ ਕਰੋ, ਇਹਦੇ ਵਿੱਚ ਸਤਿਗੁਰਾਂ ਨੇ ਇੱਕ ਥਾਵੇਂ ਇਹ ਜੀਵ ਨੂੰ ਪਤੀ ਆਖਿਆ, ਤੇ ਜਿਹੜੀ ਧਨ ਦੌਲਤ ਇਹ ਜੀਵ ਪੈਦਾ ਕਰਦਾ ਪਿਆ, ਕਮਾਉਂਦਾ ਪਿਆ, ਇਹਨੂੰ ਮਹਾਰਾਜ ਨੇ ਪਤਨੀ ਆਖਿਆ। ਦਾਸ ਨੇ ਸ਼ੁਰੂਆਤ ਵਿੱਚ ਵੀ ਬੇਨਤੀ ਕੀਤੀ, ਕੇਵਲ ਇਹ ਬਾਣੀ ਦਾ ਇੱਕ ਪੱਖ ਲਿਆ ਹੈ ਕਿ ਹਜ਼ੂਰ ਨੇ ਇਹ ਬਾਹਰਲੀਆਂ ਚੀਜ਼ਾਂ ਨੂੰ ਅੰਤਰੀਵ ਰੂਪ ਦੇ ਵਿੱਚ ਵੀ ਘਟਾਇਆ। ਉਂਝ ਵੈਸੇ ਜਿਹੜੀ ਜੋੜੇ ਵਾਸਤੇ ਸਿੱਖਿਆ ਹੈ, ਇਹ ਬਹੁਤ ਵਿਸਥਾਰ ਭਾਲਦੀ ਹੈ। ਮਹਾਰਾਜ ਜੀ ਦੀ ਮਰਿਆਦਾ ਬੜੀ ਅਸੀਮ ਹੈ। ਖੈਰ, ਉਥੇ ਮਹਾਰਾਜ ਜੀ ਨੇ ਜੀਵ ਨੂੰ ਪਤੀ ਆਖਿਆ, ਤੇ ਜਿਸ ਧਨ ਦੌਲਤ ਨੂੰ ਇਹ ਜੋੜਦਾ ਪਿਆ ਉਹਨੂੰ ਮਹਾਰਾਜ ਨੇ ਪਤਨੀ ਆਖਿਆ। ਪਰ ਉਹ ਮਾਇਆ ਇੱਕ ਅਜਿਹੀ ਪਤਨੀ ਹੈ, ਹਜ਼ੂਰ ਕਹਿਣ ਲੱਗੇ ਜਿੰਨੇ ਸਮੇਂ ਤੱਕ ਇਹ ਬੰਦਾ ਜਿਉਂਦਾ ਪਿਆ, ਉਨੇ ਸਮੇਂ ਤੱਕ ਇਹ ਪਤਨੀ ਭਾਵਾਂ ਇਹਦੇ ਨਾਲ ਰਹੇਗੀ। ਪਰ ਇੱਕ ਗੱਲ ਯਾਦ ਰੱਖੋ, ਜਿਹੜੀ ਆ ਹੱਡ ਚੰਮ ਦੀ ਮਾਸ ਦੀ ਪਤਨੀ ਦਾ ਵਿਆਹ ਹੋਇਆ, ਜਿੱਦਣ ਪਤੀ ਚੜ੍ਹਾਈ ਕਰ ਜਾਏ ਉਦਣ ਉਹ ਅਥਰੂ ਕੇਰ ਹੀ ਦਿੰਦੀ ਹੈ ਨਾ। ਪਰ ਇਹ ਧਨ ਦੌਲਤ, ਇਹ ਮਾਇਆ ਇੱਕ ਅਜਿਹੀ ਪਤਨੀ ਹੈ, ਜਿੱਦਣ ਇਹਦਾ ਖਸਮ ਮਰ ਜਾਏ, ਏਡੀ ਇਹ ਵਿਵਚਾਰਨ ਹੈ, ਇੱਕ ਵੇਰਾ ਵੀ ਰੋਂਦੀ ਨਹੀਂ, ਤੇ ਉਲਟਾ ਉਸੇ ਵੇਲੇ ਹੀ ਅਜੇ ਸੰਸਕਾਰ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆ ਕਿ ਪਤਨੀ ਇੱਕ ਨਵਾਂ ਪਤੀ ਬਣਾ ਲੈਂਦੀ ਹੈ, ਮਤਲਬ ਇਸ ਮਾਇਆ ਦਾ ਮਾਲਕ ਕੋਈ ਨਵਾਂ ਆ ਜਾਂਦਾ ਹੈ। ਹਜ਼ੂਰ ਦੇ ਇਹ ਬਚਨ ਨੇ ਜੀ ਭਗਤ ਕਬੀਰ ਸਾਹਿਬ ਜੀ ਦੇ ਕਿ ਖਸਮ ਮਰੈ ਤੋ ਨਾਰ ਨਾ ਰੋਵੈ,
उस रखवारा औरो होवे, रखवारे का होए विनाश, आज्ञा नरक इहां भोग विलास। दास बहुता समा नहीं लएगा, आप किरपालता करो। केवल ये थोड़े जे नुक्ते आप जी दे चरना विच बेनती करने ने कि हजूर दी बाणी दे विच वेखो किन्ने सोहणे सोहणे ये रत्ना वर्गे वचन मौजूद ने। फिर सतगुरां दी बाणी पढ़दियां ये भी सामने आया कि एक थां ते हजूर ने उस अकाल पुरख नूं पति आख्या ते जिहड़ी माया है इनू महाराज ने पत्नी आख्या। ये वचन आप रोजाना बाणी दे विच पढ़दे अते सुनदे भी हो। जगत गुरु गुरु नानक साहब महाराज जी ने श्री जप साहब दे विच किरपालता कीती कि परमात्मा पति है, ओदी शक्ति माया एक पत्नी है। जिवें पति अते पत्नी दे सुमेल तो अगे औलाद पैदा हुंदी है, हजूर कहन लगे माया दे विच परमात्मा ने शक्ति पाई, ओदे नाल कलपत दातन संबंध कीता ते याद रखो ओदे विचों ये सारा संसार ये परपंच पैदा होया है। एका माई जुगत व्याई तीन चेले परवान, एक संसारी एक भंडारी एक लाए दीवान। ये परमात्मा पति अते माया पत्नी दे विचों पैदा होया। कदे सतगुरां दी बाणी पढ़ो। भगत कबीर साहब जी दा एक शब्द है जी आसा राग दे अंदर, ओदे विच कबीर साहब जी ने जीव नूं पति आख्या ते जेड़ी एदी मत है बुद्धि है इनू पत्नी आख्या। ते वो सारा शब्द कबीर साहब जी ने अपने आप उत्ते टुकाया और गुरमुखो एदे विच पुनर्विवाह दा जिक्र आवेगा। पुनर्विवाह दा मतलब कि जदों पति या पत्नी चढ़ाई कर जाए ते ओदे तो बाद दूसरा विआह जदों कराउंदे ने। कबीर साहब जी कहंदे आ मैं भी दूसरा विआह कराया, पर वो दूसरा विआह भी अंतरीव रूप दे विच है। वो किस तरह? भगत मानुखताई वाली। दरअसल वो है तां बड़ी वड्डी सी, पर हंकार दे नाल भरी पई सी। कठोरपन दे नाल सख्ताई दे नाल मेरी वो मत भरी पई सी। गुरु ने ऐसी किरपालता कीती, मेरा वो रिश्ता तोड़ दिता ते मैं जिहड़ा दूसरा विआह कराया वो मेरी स्त्री है बड़ी छोटी पर है बड़ी सियाणी। वो छोटी स्त्री कौन है जी? निमरता वाली बुद्धि, गरीबी वाली हरीमी वाली बुद्धि। ते उस शब्द विच उन्हां ने आख्या मानो मैं ये पुनर्विआह कराया है, दोबारा मैं आपदा विआह कराया ते इस विआह तो मैं बहुत ही ज्यादा खुश हाँ। जिहड़ी पहला हंकार वाली मत सी चंगा होया वो मर गई ते आ निमरता वाली जिहड़ी मत है ये मैनू नवी वोटी लभी है। भगत कबीर साहब जी का शब्द है जी बाणी दे अंदर। आसा राग दे विच उन्हां ने किरपालता कीती कि पहली करूप कुजात कुलखनी, सोहरे पेइया बुरी, अब की स्वरूप सुजात सुलखनी, सहजे उदर धरी, भली सरी मुई मेरी पहली बरी, जुग जुग जीवो मेरी अब की धरी। रहाओ कहत कबीर कहो कबीर जब लहरी आई, बड्डी का सुहाग टरियो, लहरी संग भई अब मेरे जेठी और तरियो। गुरबाणी दे विच सतगुरां ने फिर किरपालता कीती। ये नहीं कि दास सारे शब्द अज पढ़ देगा, पर विचों विचों बेनती है जिन्नी महाराज ने सोझी बख्शी। भगत कबीर साहब का उन्हां बचनां दे विच एक बचन है एक घुंड कढ़ण दे बारे। आप नूं पता है कि पुराने समय दे विच ये बड़ा रिवाज सी जी कि विआह वाले दिन शादी वाले दिन बच्ची ने घुंड कढ़ना। ते कबीर साहब जी ने इस घुंड नूं भी वेखो अंतरीव अर्थां दे विच लिया। सतगुरां दी बाणी दी वडियाई वेखो कि रस्मां बाहर दियां ने पर हजूर ओदे नाल समझाउंदे अंदर दी गल पई। कबीर साहब जी कहन लगे वोटी ने घुंड कढ़िया होया ते बाहर रूप दे विच नहीं। कबीर साहब जी कहन लगे दर असल एक अंतरीव रूप दे विच भी घुंड है। वो घुंड केड़ा है जी? जेड़ा बंदे ने लोक लज्जा दा घुंड कढ़िया होया। अक्सर मन विच इह ख्याल आउंदा है कि जे मैं अमृत छक लांगा ते लोग मैनू की कहणगे, साडे परिवार विचों तां किसी ने भी अमृत नहीं छकिया। जे मैं गुरुद्वारे जाण लग जांगा किते लोग यही ना कह लैण कि ये केवल कड़ाह छकण वास्ते रोटी टुक वास्ते गुरुद्वारे जांदा है जी। यह है लोक लज्जा दा घुंड। कबीर साहब जी कहन लग्या कि यह जिहड़ा घुंड है ना तू ना कढ़, क्योंकि यह घुंड कढ़ण का तैनू कोई भी फल नहीं मिलना। सारी उम्र लोकां दी लज्जा करी चल, जिदन मरेगा उदन एक खोटी कौडी भी तेरे नाल नहीं जानी।
ਕਬੀਰ ਸਾਹਿਬ ਨੇ ਕਿਰਪਾਲਤਾ ਕੀਤੀ। ਆਸਾ ਰਾਗ ਦੇ ਵਿੱਚ ਹੀ ਉਹਨਾਂ ਦਾ ਸ਼ਬਦ ਹੈ ਕਿ ਰਹੋ ਰਹੋ ਰੀ ਬਹੁਰੀਆ, ਘੂੰਗਟ ਜਿਨ ਕੱਢੈ, ਅੰਤ ਕੀ ਬਾਰ ਕਛ ਲਹੇਗੀ ਨਾ ਅੱਡ। ਇਹਦੇ ਤੋਂ ਅੱਗੇ ਉਹਨਾਂ ਨੇ ਆਖਿਆ ਕਿ ਤੇਰੇ ਤੋਂ ਪਹਿਲਾਂ ਵੀ ਅਨੇਕਾਂ ਹੀ ਜੀਵਾਂ ਨੇ ਇਹ ਲੋਕ ਲੱਜਿਆ ਦਾ ਘੁੰਡ ਕੱਢਿਆ, ਪਰ ਉਹਨਾਂ ਦੇ ਰਸਤੇ ਦੇ ਉੱਤੇ ਹੈ ਮੇਰੀ ਜਿੰਦ ਤੂੰ ਨਾ ਪੈ। ਘੂੰਗਟ ਕਾਢ ਗਈ ਤੇਰੀ ਆਗੈ, ਉਨਕੀ ਗੈਲ ਤੋਹੇ ਜਿਨ ਲਾਗੈ। ਤੇ ਪੁੱਛਣ ਵਾਲੇ ਨੇ ਆਖਿਆ, ਮਹਾਰਾਜ ਲੋਕ ਤਾਂ ਇਸ ਗੱਲ ਨੂੰ ਬੜਾ ਚੰਗਾ ਸਮਝਦੇ ਆ ਕਿ ਜੇ ਮੈਂ ਲੋਕ ਲੱਜਿਆ ਰੱਖਾਂਗਾ, ਲੋਕਾਂ ਦੇ ਅਨੁਸਾਰੀ ਹੋ ਕੇ ਟੁਰਾਂਗਾ ਤੇ ਲੋਕ ਮੈਨੂੰ ਬੜਾ ਚੰਗਾ ਕਹਿਣਗੇ। ਕਬੀਰ ਸਾਹਿਬ ਜੀ ਕਹਿਣ ਲੱਗੇ, ਗੁਰਮੁਖਾ ਯਾਦ ਰੱਖ, ਲੋਕ ਕੇਵਲ 5-10 ਦਿਨਾਂ ਵਾਸਤੇ ਤੈਨੂੰ ਚੰਗਾ ਕਹਿਣਗੇ। ਇਹ ਲੋਕ ਲੱਜਿਆ ਦਾ ਘੁੰਡ ਕੱਢ ਕੇ ਵਾਹਿਗੁਰੂ ਦੇ ਦਰ ਉੱਤੇ ਤੂੰ ਸੁਰਖਰੂ ਨਹੀਂ ਹੋ ਸਕਦਾ। ਘੂੰਗਟ ਕਾਢੇ ਕੀ ਇਹ ਵਡਾਈ, ਦਿਨ 10-5 ਬਹੁ ਭਲੇ ਆਈ। ਕਹਿ ਲੈਣਗੇ ਕਿ ਇਹ 10-5 ਦਿਨ ਬਹੁਤ ਚੰਗਾ ਗੁਰਮੁਖ ਹੈ। ਇਹਨੂੰ ਕਬੀਰ ਸਾਹਿਬ ਜੀ ਨੇ ਇਉਂ ਵੀ ਆਖਿਆ ਕਿ ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਕਾਫਲ ਆਪਣੇ ਹਾਥ। ਘੂੰਗਟ ਕਾਢ ਗਈ ਤੇਰੀ ਆਗਿਆ, ਉਨਕੀ ਗੈਲ ਤੋਹੇ ਜਿਨ ਲਾਗੈ। ਘੂੰਗਟ ਕਾਢੇ ਕੀ ਇਹ ਵਡਾਈ, ਦਿਨ 10-5 ਬਹੁ ਭਲੇ ਆਈ। ਫਿਰ ਅੱਗੇ ਉਹਨਾਂ ਨੇ ਆਖਿਆ ਕਿ ਇੱਕ ਘੁੰਡ ਹੈ ਜਿਹੜਾ ਤੈਨੂੰ ਕੱਢਣਾ ਚਾਹੀਦਾ। ਇਹ ਲੋਕ ਲੱਜਿਆ ਵਾਲਾ ਘੁੰਡ ਛੱਡ ਤੇ ਇੱਕ ਘੁੰਡ ਹੈ ਜਿਹੜਾ ਤੈਨੂੰ ਕੱਢਣਾ ਚਾਹੀਦਾ। ਕਹਿਣ ਲੱਗੇ ਉਹ ਘੁੰਡ ਹੈ ਮਾਇਆ ਦੀ ਮੇਰ ਵੱਲੋਂ। ਮਾਇਆ ਦੇ ਮੋਹ ਨੂੰ ਆਪਣੇ ਹਿਰਦੇ ਵਿੱਚੋਂ ਕੱਢ ਤੇ ਸ਼੍ਰੀ ਵਾਹਿਗੁਰੂ ਜੀ ਦੇ ਗੁਣ ਗਾ, ਇਹ ਘੁੰਡ ਕੱਢਿਆ ਕਰ। ਕਹਿਣ ਲੱਗੇ ਘੂੰਗਟ ਤੇਰੋ ਤਉ ਪਰ ਸਾਚੈ, ਹਰ ਗੁਣ ਕਾਏ ਕੂਦੈ ਅਰ ਨਾਚੈ। ਕਹਿਤ ਕਬੀਰ ਬਹੁ ਤਬ ਜੀਤੈ, ਹਰ ਗੁਣ ਗਾਵਤ ਜਨਮ ਬਤੀਤੈ। ਇਹ ਜੀਵ ਇਸਤਰੀ ਜਿਹੜੀ ਬਹੁ ਬਣ ਕੇ ਧਰਤੀ ਤੇ ਆਈ ਹੈ ਤਾਂ ਜਿੱਤੇਗੀ ਜੇ ਲੋਕ ਲੱਜਿਆ ਦਾ ਘੁੰਡ ਛੱਡ ਕੇ ਵਾਹਿਗੁਰੂ ਦੇ ਗੁਣ ਗਾਵੇਗੀ। ਅਖੀਰਲੀ ਬੇਨਤੀ ਕਿ ਫਿਰ ਬਾਣੀ ਦੇ ਵਿੱਚ ਇੱਕ ਵਿਆਹ ਐਸਾ ਵੀ ਆਉਂਦਾ ਜਿਹੜਾ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਗੁਰਮੁਖ ਪਿਆਰੇ ਦਾ ਹੁੰਦਾ। ਹਾਂ, ਉਹ ਵਿਆਹ ਕਰਾਉਣ ਵਾਸਤੇ ਟੁਰਦੇ ਅਨੇਕਾਂ ਨੇ, ਪਰ ਉਸ ਵਿਆਹ ਦੇ ਵਿੱਚੋਂ ਜਿਹੜਾ ਪਤੀ ਨਸੀਬ ਹੋਣਾ ਨਾ, ਕਿਸੇ ਕਰੋੜਾਂ ਦੇ ਵਿੱਚੋਂ ਇੱਕ ਨੂੰ ਨਸੀਬ ਹੋਵੇਗਾ। ਉਹ ਵਿਆਹ ਕਿਹੜਾ ਹੈ ਜੀ? ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਣਾ। ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਇੱਕ ਬਚਨ ਹੈ ਫੁਨਹਿਆਂ ਦੇ ਅੰਦਰ ਕਿ ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, 16 ਕੀਏ ਸਿੰਗਾਰ ਕੇ ਅੰਜਨ ਪਾਜਿਆ। ਇਹ ਹੈ ਕਿ ਜਿਗਿਆਸੂ ਅਨੇਕਾਂ ਸਾਧਨ ਕਰਦੇ ਨੇ ਉਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ, ਪਰ ਇਹਨਾਂ ਸਾਧਨਾ ਤੋਂ ਬਾਅਦ ਜੇ ਪਰਮਾਤਮਾ ਮਿਲ ਜਾਏ ਤਾਂ ਸਤਿਗੁਰੂ ਜੀ ਕਹਿੰਦੇ ਆ ਮਾਨੋ ਇਹ ਵਿਆਹ ਸਫਲ ਹੋ ਗਿਆ। ਪਰ ਜੇ ਉਹ ਵਾਹਿਗੁਰੂ ਨਾ ਮਿਲਿਆ, ਇਹ ਸਾਧਨਾ ਦਾ ਸ਼ਿੰਗਾਰ ਸਾਰਾ ਨਿਸ਼ਫਲ ਚਲਾ ਜਾਏਗਾ ਤੇ ਵਾਹਿਗੁਰੂ ਦੇ ਨਾਲ ਵਿਆਹ ਨਹੀਂ ਹੋਣਾ। ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, 16 ਕੀਏ ਸਿਗਾਰ ਕੇ ਅੰਜਨ ਪਾਜਿਆ। ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਐ, ਹਰਿ ਹਾਂ ਕੰਤੈ ਬਾਦ ਸਿਗਾਰ ਸਭ ਬਿਰਥਾ ਜਾਈਏ। ਇਹ ਵਿਆਹ ਕਿਸੇ ਦਾ ਹੁੰਦਾ ਵੀ ਹੈ ਜੀ। ਤੇ ਕਬੀਰ ਸਾਹਿਬ ਜੀ ਕਹਿੰਦੇ ਆ, ਹਾਂ ਮੇਰਾ ਉਸ ਵਾਹਿਗੁਰੂ ਦੇ ਨਾਲ ਵਿਆਹ ਹੋਇਆ ਹੈ। ਮੈਂ ਉਸ ਪਰਮਾਤਮਾ ਦੀ ਇੱਕ ਇਸਤਰੀ ਹਾਂ। ਉਹ ਸੱਚੀ ਮੁੱਚੀ ਮੇਰਾ ਕੰਤ ਬਣ ਚੁੱਕਾ ਹੈ। ਉਹਨਾਂ ਨੇ ਬਚਨ ਕੀਤਾ ਕਿ ਤਨ ਰੈਨੀ ਮਨ ਪੁਨਰਪ ਕਰਹੁ, ਪੰਚੋ ਤਤ ਬਰਾਤੀ, ਰਾਮ ਰਾਏ ਸਿਉ ਭਾਵਰ ਲੈ ਹੋ, ਆਤਮ ਤੇਹ ਰੰਗ ਰਾਤੀ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਰਹਾਓ। ਨਾਭ ਕਮਲ ਮਹਿ ਬੇਦੀ ਰਚਲੇ, ਬ੍ਰਹਮ ਗਿਆਨ ਉਚਾਰਾ। ਰਾਮ ਰਾਏ ਸੋ ਦੂਲਹੁ ਪਾਇਓ, ਅਸ ਬੜ ਭਾਗ ਹਮਾਰਾ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤੇ 30 ਉਜਾਨਾ। ਕਹਿ ਕਬੀਰ ਮੋਹਿ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨ। ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਕੇਵਲ ਇਹ ਤੁੱਛ ਮਾਤਰ ਬੇਨਤੀਆਂ ਦਾਸ ਨੇ ਕੀਤੀਆਂ ਨੇ, ਕਿਉਂਕਿ ਹਜ਼ੂਰ ਦੀ ਬਾਣੀ ਤਾਂ ਅਥਾਹ ਖਜ਼ਾਨਾ ਹੈ। ਜਿੰਨਾ ਜਿੰਨਾ ਇਹਦੇ ਵਿੱਚ ਉਤਰੀ ਜਾਵਾਂਗੇ ਉਹਨਾਂ ਹੀ ਗੁਰਮੁਖੋ ਇਹਦੇ ਵਿੱਚੋਂ ਰਤਨ ਜਵਾਹਰਾਤ ਮਿਲਣਗੇ। ਪਰ ਇਹ ਬੇਨਤੀ ਹੈ ਜ਼ਰੂਰ ਇਸ ਬਾਣੀ ਦੇ ਵਿਚਾਰ ਦੇ ਨਾਲ ਜੁੜੀਏ, ਕਿਉਂਕਿ ਕਥਾ ਦੇ ਵਿੱਚ ਕੇਵਲ ਬਾਹਰਲੀਆਂ ਗੱਲਾਂ ਬਾਤਾਂ ਬਿਲਕੁਲ ਠੀਕ ਹੈ ਕਿ ਕਰਨ ਵਾਲੇ ਨੂੰ ਤੇ ਸੁਣਨ ਵਾਲੇ ਨੂੰ ਸਵਾਦ ਬੜਾ ਆਉਂਦਾ ਜੀ। ਅਕਸਰ ਅੱਜ ਸਾਡੀ ਕਥਾ ਦੁਨਿਆਵੀ ਗੱਲਾਂ ਬਾਤਾਂ ਦੀ ਰਹਿ ਗਈ, ਪਰ ਮਹਾਰਾਜ ਜੀ ਦਾ ਤਾਂ ਫਰਮਾਨ ਸੀ, ਆਵਹੁ ਸੰਤ ਮਿਲਹੁ ਮੇਰੇ ਭਾਈ,
ਮੇਰਾ ਹਰ ਹਰ ਕਥਾ ਕਰੋ। ਉਹ ਜਿਹੜੀ ਹਰ ਹਰ ਕਥਾ ਹੈ ਬਾਣੀ ਦੇ ਵਿੱਚੋਂ ਹੀ ਕੀਤੀ ਜਾਵੇਗੀ। ਮਹਾਰਾਜ ਕਿਰਪਾਲਤਾ ਕਰਨ। ਇਹ ਦਾਸ ਨੇ ਕੇਵਲ ਮਹਾਂਪੁਰਸ਼ਾਂ ਦਾ ਹੁਕਮ ਮੰਨ ਕੇ ਜਿਵੇਂ ਆਪ ਦੀ ਸੰਥਿਆ ਸੁਣਾਈ ਦੀ ਹੈ ਨਾ, ਤਿਵੇਂ ਇਹ ਸੰਥਿਆ ਸੁਣਾਈ ਹੈ ਆਪ ਸੰਗਤਾਂ ਦੇ ਚਰਨਾਂ ਵਿੱਚ। ਬੇਨਤੀ ਹੈ ਕਿ ਜਿਹੜੀ ਸਿੱਖਿਆ ਹੈ ਜੋੜੇ ਵਾਸਤੇ, ਉਹ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਹਜ਼ੂਰ ਨੇ ਬੇਅੰਤ ਬਖਸ਼ੀ ਹੈ। ਮਹਾਰਾਜ ਜੀ ਦਾ ਇਤਿਹਾਸ ਬੇਅੰਤ ਸਿੱਖਿਆ ਬਖਸ਼ਦਾ ਹੈ। ਫਿਰ ਸਾਡਾ ਗੁਰਮਤਿ ਦਾ ਸਾਹਿਤ ਬੇਅੰਤ ਸਿੱਖਿਆਵਾਂ ਦੇ ਨਾਲ ਭਰਿਆ ਪਿਆ। ਇਹਨੂੰ ਆਪ ਵਾਚਣ ਦੀ ਕੋਸ਼ਿਸ਼ ਕਰੋ, ਆਪ ਬਾਣੀ ਪੜ੍ਹੋ, ਇਤਿਹਾਸ ਪੜ੍ਹੋ, ਚੰਗੇ ਗੁਰਮੁਖਾਂ ਦਾ ਸਾਹਿਤ ਪੜ੍ਹੋ। ਤੇ ਸ਼ਰਤੀਆ ਗੱਲ ਹੈ ਫਿਰ ਜਤ ਸਤ ਵਾਲਾ ਜੀਵਨ, ਨਾਮ ਬਾਣੀ ਵਾਲਾ ਜੀਵਨ ਮਹਾਰਾਜ ਜ਼ਰੂਰ ਬਖਸ਼ਣਗੇ। ਇਤਨੀਆਂ ਕੁ ਬੇਨਤੀਆਂ ਆਪਨੇ ਪ੍ਰਵਾਨ ਕਰਨੀਆਂ ਹੋਈਆਂ। ਬੇਅੰਤ ਭੁੱਲਾਂ ਦੀ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਬਖਸ਼ਣੀ। ਇੱਕ ਵੇਲਾ ਪਿਆਰ ਦੇ ਨਾਲ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗਿਆਨੀ